ਲੁਧਿਆਣਾ ਖਬਰਨਾਮਾ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਗਗਨ ਬੇਦੀ ਤੇ ਸਭ ਤੋਂ ਪਹਿਲਾਂ ਨਜ਼ਰ ਪਾਉਂਦੇ ਹਾਂ ਹੈਡਲਾਈਨਸ ਦੇ ਉੱਤੇ। ਰਾਏਕੋਟ 'ਚ ਤੇਜ਼ ਹਨੇਰੀ ਕਾਰਨ ਕਣਕ ਦੀ ਫਸਲ ਨੂੰ ਲੱਗੀ ਅੱਗ ਲੱਗਣ ਦੇ ਨਾਲ ਸੈਂਕੜੇ ਏਕੜ ਕਣਕ ਹੋਈ ਸੁਆਹ। ਕਰੜੀ ਮਸ਼ੱਕਤ ਦੇ ਨਾਲ ਪਾਇਆ ਕਿ ਅੱਗ ਤੇ ਕਾਬੂ। ਪਿੰਡ ਹੇਰਾ 'ਚ 300 ਏਕੜ ਤੇ ਛਾਜਾਵਾਲ 'ਚ 20 ਏਕੜ ਕਣਕ ਦੀ ਫਸਲ ਹੋਈ ਸੁਆਹ। ਖੰਨਾ ਦੇ ਪਿੰਡ ਰਸੂਲੜਾ ਕੋਲ ਬਣੇ ਕੂੜੇ ਦੇ ਡੰਪ ਨੂੰ ਲੱਗੀ ਭਿਆਨਕ ਅੱਗ ਦੇ ਡਰੋਂ ਕਿਸਾਨਾਂ ਨੇ ਵੱਢੀ ਆਪਣੀ ਗਿੱਲੀ ਫਸਲ। ਕਿਸਾਨਾਂ ਨੇ ਪ੍ਰਸ਼ਾਸਨ ਤੇ ਲਗਾਏ ਲਾਪਰਵਾਹੀ ਦੇ ਇਲਜ਼ਾਮ। ਕੇਂਦਰੀ ਟੀਮ ਨੇ ਕੀਤਾ ਖੰਨਾ ਦੀ ਦਾਣਾ ਮੰਡੀ ਦਾ ਦੌਰਾ। ਦਾਣਾ ਮੰਡੀ ਵਿੱਚੋਂ ਭਰੇ ਸੈਂਪਲ, ਆੜ੍ਹਤੀਆਂ ਨੇ ਜਤਾਈ ਨਾਰਾਜ਼ਗੀ। ਖੰਨਾ 'ਚ ਰਾਤ ਦੇ ਹਨੇਰੇ 'ਚ ਸੌਣ ਨੂੰ ਮਜਬੂਰ ਹੈ ਬਿਰਧ ਜੋੜਾ। 3 ਸਾਲਾਂ ਤੋਂ ਬਿਨਾਂ ਬਿਜਲੀ ਦੇ ਕੱਟ ਰਿਹਾ ਰਾਤਾਂ। ਬਕਾਇਆ ਮਾਫ ਪਰ ਕਨੈਕਸ਼ਨ ਨਹੀਂ ਕੀਤਾ ਗਿਆ ਚਾਲੂ। ਟ੍ਰੈਫਿਕ ਪੁਲਿਸ ਨੇ ਲੋਕਾਂ ਨੂੰ ਸੜਕੀ ਨਿਯਮਾਂ ਪ੍ਰਤੀ ਕੀਤਾ ਜਾਗਰੂਕ। ਨੇਮ ਤੋੜਨ ਵਾਲਿਆਂ ਦੇ 16 ਅਪ੍ਰੈਲ ਤੋਂ ਕੱਟੇ ਜਾਣਗੇ ਚਲਾਨ। 1 ਤੋਂ 15 ਅਪ੍ਰੈਲ ਤੱਕ ਚਲਾਨ ਕੱਟਣੇ ਕੀਤੇ ਗਏ ਸੀ ਬੰਦ। ਖਬਰਾਂ ਦੀ ਸ਼ੁਰੂਆਤ ਕਰਦੇ ਹਾਂ। ਤੇਜ਼ ਹਨੇਰੀ ਝੱਖੜ ਕਾਰਨ ਰਾਏਕੋਟ ਇਲਾਕੇ ਦੇ ਵਿੱਚ ਅੱਧੇ ਦਰਜਨ ਦੇ ਕਰੀਬ ਪਿੰਡਾਂ ਦੇ ਵਿੱਚ ਖੇਤਾਂ 'ਚ ਅੱਗ ਲੱਗਣ ਦੇ ਨਾਲ ਵੱਡਾ ਨੁਕਸਾਨ ਹੋਇਆ ਤੇ ਸੈਂਕੜੇ ਏਕੜ ਖੜੀ ਕਣਕ ਦੀ ਫਸਲ ਅਤੇ ਨਾੜ ਸੜ ਕੇ ਸੁਆਹ ਹੋ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਿਸਾਨਾਂ ਨੇ ਦੱਸਿਆ ਕਿ ਬਾਅਦ ਦੁਪਹਿਰ ਆਈ ਤੇਜ਼ ਹਨੇਰੀ ਦੌਰਾਨ ਪਿੰਡ ਛੱਜਵਾਲ ਵਾਲੇ ਪਾਸੇ ਤੋਂ ਅਚਾਨਕ ਅੱਗ ਲੱਗੀ ਅਤੇ ਤੇਜ਼ ਹਨੇਰੀ ਦੇ ਚਲਦਿਆਂ ਇੱਕਦਮ ਕਾਫੀ ਦੂਰ ਤੱਕ ਖੇਤਾਂ ਵਿੱਚ ਫੈਲ ਗਈ, ਜਿਸ ਦੇ ਚਲਦੇ ਅੱਧੇ ਦਰਜਨ ਦੇ ਕਰੀਬ ਪਿੰਡਾਂ ਦੀ ਕਣਕ ਦੀ ਫਸਲ ਅਤੇ ਨਾੜ ਸੜ ਕੇ ਸੁਆਹ ਹੋ ਗਈ। ਘਟਨਾ ਜੀ ਆਪਣੇ ਪਿੰਡ ਛੱਜਾਲ ਤੋਂ ਸ਼ਮਸ਼ਾਨ ਘਾਟ ਦੇ ਕੋਲੋਂ ਅੱਗ ਚੱਲ ਕੇ ਜਾਣੀ ਕਿ ਆਪਣੇ ਕਈ ਏਕੜ ਉੱਥੋਂ ਮੱਚਦੀ ਹੋਈ ਹੇਰਾ ਪਿੰਡ ਦੀ ਜ਼ਮੀਨ 'ਚ ਆ ਵੜੀ। ਉੱਥੋਂ ਘੱਟੋ ਘੱਟ ਹੇਰਾ ਪਿੰਡ ਦਾ ਹੀ 100 ਤੋਂ 150 ਏਕੜ ਕਿੱਲਾ ਜਾਣੀ ਕਿ ਕਣਕ ਦਾ ਮੱਚ ਚੁੱਕਿਆ, ਜਿਹਦੇ ਵਿੱਚ ਸਾਰੀ ਕਣਕ ਹੀ ਸੀਗੀ। ਹਲੇ ਕਿਸੇ ਨੇ ਕੋਈ ਕਣਕ ਵੱਢੀ ਨਹੀਂ ਸੀ ਹੋਈ ਤੇ ਆਪਣੇ ਬਹੁਤ ਜਾਣੀ ਕਿ ਜਨਤਾ ਇਕੱਠੀ ਹੋ ਕੇ ਬੁਝਾਉਣ ਦੀ ਕੋਸ਼ਿਸ਼ ਕੀਤੀ, ਪਰ ਜ਼ਿਆਦਾ ਹਵਾ ਹੋਣ ਦੇ ਕਾਰਨ ਅੱਗ ਨੂੰ ਨਹੀਂ ਰੋਕ ਪਾਏ। ਟਰੈਕਟਰ ਪੰਪ ਜੋ ਵੀ ਸੀਗਾ, ਕਿਸੇ ਨੇ ਪਾਣੀ ਦਾ ਸਾਧਨ ਕੀਤਾ, ਸਭ ਨੇ ਪੂਰੀ ਹਿੰਮਤ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ, ਪਰ ਹਵਾ ਤੇਜ਼ ਹੋਣ ਦੇ ਕਾਰਨ ਅੱਗ ਨਹੀਂ ਰੁਕ ਸਕੀ। ਬਹੁਤ ਜ਼ਿਆਦਾ ਨੁਕਸਾਨ ਹੋਇਆ। ਜਿਹੜਾ ਹੇਰਾ ਪਿੰਡ ਦੀ ਜ਼ਮੀਨ ਸੀਗੀ, ਕਿਸੇ ਦੇ 15 ਕਿੱਲੇ, ਕਿਸੇ ਦੇ 20 ਕਿੱਲੇ, ਕਿਸੇ 10 ਕਿੱਲੇ, ਇੱਦਾਂ ਹੁੰਦੀ ਸਾਰੇ ਜਾਣੀ ਕਿ ਕਈ ਏਕੜ ਜਾਣੀ ਕਿ ਮੱਚ ਕੇ ਫਿਰ ਅੱਗ ਇਹ ਰੁਕੀ ਆ। ਬਹੁਤ ਜ਼ਿਆਦਾ ਜਾਣੀ ਕਿ ਫਾਇਰ ਬ੍ਰਿਗੇਡ ਵੀ ਲੇਟ ਪਹੁੰਚੀ ਆ ਇੱਥੇ। ਐਨ ਅੱਗ ਜਦੋਂ ਕੰਟਰੋਲ ਕਰ ਚੁੱਕੀ ਸੀ, ਉਸ ਤੋਂ ਬਾਅਦ 'ਚ ਫਾਇਰ ਬ੍ਰਿਗੇਡ ਆਈ ਆ। ਉਸ ਤੋਂ ਪਹਿਲਾਂ ਇੱਥੇ ਕੋਈ ਨਹੀਂ ਆਈ ਹੈਗੀ। ਇਹ ਆਪਣੇ ਹਨੇਰੀ ਕਾਰਨ 24 ਘੰਟੇ ਵਾਲੀ ਲਾਈਟ ਤੋਂ ਸਪਰਕ ਮਾਰ ਕੇ ਨਾੜ ਦੇ ਵਿੱਚ ਅੱਗ ਡਿੱਗੀ ਆ ਤੇ ਬਰਨਾਲੇ ਰੋਡ ਤੋਂ ਰਾਏਕੋਟ ਸ਼ਹਿਰ ਕੰਨੀ ਨੂੰ ਅੱਗ ਤੁਰੀ ਆ ਤੇ ਤਕਰੀਬਨ ਇਹ 12-13 ਕਿੱਲੇ ਕਣਕ ਦੇ ਆ ਤੇ 12-13 ਕਿੱਲੇ ਹੀ ਨਾੜ ਦੇ ਮੱਚੇ ਆ। ਕਿਹਦੀ ਆ ਜੀ ਕਣਕ ਦੇ ਨਾਲ? ਇਹ ਹਰਪਿੰਦਰ ਸਿੰਘ ਆ। ਕਣਕ ਹਰਪਿੰਦਰ ਸਿੰਘ ਦੀ ਹੋਈ ਆ ਇਕੱਲੇ ਦੀ। ਨਾੜ ਸੁਖਚੈਨ ਸਿੰਘ ਆ ਤੇ ਜਿੰਦਰ ਬਾਬਾ ਤੇ ਰਫੀਕ ਤੇ ਇੱਕ ਸੁਖਚੈਨ ਸਿੰਘ ਦੇ ਨਾੜ ਆ। ਇਹ ਕੀ ਲੱਗਦਾ ਵੀ ਕੀ ਅਣਗਹਿਲੀ ਕੋਈ ਸਾਹਮਣੇ ਆਈ ਕਿਸੇ ਤਰ੍ਹਾਂ? ਅਣਗਹਿਲੀ ਤਾਂ ਹਨੇਰੀ ਕਰਕੇ ਹੀ ਸਪਾਰਕ ਆ। ਅੱਗੇ ਵੀ 2-3 ਸਾਲਾਂ ਬਾਅਦ ਲੱਗਦੀ ਹੈ ਇੱਥੋਂ ਅੱਗ। ਇਸ ਮੇਨ ਸੁੱਚ ਤੋਂ ਚੰਗਿਆੜਾ ਡਿੱਗਦਾ ਵਾ। ਮਤਲਬ ਇੱਥੇ ਸਪਾਰਕਿੰਗ ਹੁੰਦੀ ਹੈ ਜੀ, ਅੱਗੇ ਵੀ ਹੁੰਦੀ ਹੈ। ਮੈਂ ਕਿਹਾ ਮੈਨੂੰ ਦੀ ਖਾਤਰ ਇੱਕ ਪੱਕਾ ਪ੍ਰਬੰਧ ਤਾਂ ਕਰਨਾ ਚਾਹੀਦਾ। ਹਾਂਜੀ, ਪਤਾ ਹਰ ਸਾਲ ਘਟਨਾ ਵਾਪਰਦੀ। ਹਾਂਜੀ, 24 ਘੰਟੇ ਵਾਲੀ ਲੈਣ ਆ ਇਹ, ਨਾ ਤਾਂ ਬੰਦ ਹੁੰਦੀ ਹੈ ਇਹ। ਦੇਖੋ, ਮੈਂ ਇਹ ਦੇਖਦਾ ਵਾ ਵੀ ਹਰ ਸਾਲ ਹੀ ਇਹ ਘਟਨਾਵਾਂ ਹੁੰਦੀਆਂ ਨੇ। ਮਤਲਬ ਜਿਵੇਂ ਦੇਖਿਆ ਜਾਵੇ, ਪਤਾ ਨਹੀਂ ਪਰਮਾਤਮਾ ਦੀ ਕਰੋਪੀ ਆ ਜਾਂ ਕਿਵੇਂ ਕਹੀਏ, ਬਿਜਲੀ ਮਹਿਕਮੇ ਦੀ ਆਪਾਂ ਕਹੀਏ ਗਲਤੀ ਜਾਂ ਕਿਸੇ ਦੀ ਵੀ ਕਹੀਏ, ਪਰ ਨੁਕਸਾਨ ਇੱਕ ਕਿਸਾਨ ਦਾ ਹੀ ਹੁੰਦਾ ਵਾ। ਤਾਂ ਇਹਦੇ ਵਿੱਚ ਮੈਂ ਹੁਣ ਐਸਡੀਐਮ ਸਾਹਿਬ ਨਾਲ ਵੀ ਗੱਲ ਕੀਤੀ
ਤੇ ਅਸੀਂ ਕਿਹਾ ਵੀ ਉਹਨਾਂ ਨੂੰ ਵੀ ਜੇ ਕਿਵੇਂ ਰੋਕੋ ਵੀ ਇਹ ਕਿਵੇਂ ਕੀਤਾ ਜਾ ਸਕਦਾ ਵਾ ਇਸ ਬਾਰੇ। ਤਾਂ ਇਹਨਾਂ ਨਾਲ ਮੈਂ ਮੁਆਵਜ਼ੇ ਦੀ ਵੀ ਗੱਲ ਕੀਤੀ ਹੈ, ਡੀਐਮ ਸਾਹਿਬ ਨਾਲ ਵੀ ਮੁਆਵਜ਼ਾ ਜੋ ਵੀ ਬਣਦਾ ਇਹਨਾਂ ਨੂੰ ਮਿਲੇਗਾ। ਤੇ ਪਰ ਜੋ ਕਰੋਪੀ ਇਹ ਆਉਂਦੀ ਆ ਉਹਦੇ ਬਾਰੇ ਆਪਾਂ ਜ਼ਰੂਰ ਇਸ ਬਾਰੇ ਗੱਲ ਕਰਾਂਗੇ। ਇੱਕ ਨਾ ਵੱਡੀ ਜਿਹੜੀ ਗੱਲ ਸਾਹਮਣੇ ਆਈ ਹੈ, ਜੋ ਅੱਜ ਦਾ ਐਕਸੀਡੈਂਟ ਹੋਇਆ, ਫਾਰਮਰਜ਼ ਨੇ ਦੱਸਿਆ ਵੀ ਇਸ ਜਗ੍ਹਾ ਤੇ ਜੋ ਇਹ ਟਰਾਂਸਫਾਰਮਰ ਆ ਜਿੱਥੋਂ ਅੱਜ ਐਕਸੀਡੈਂਟ ਹੋਇਆ ਸਪਾਰਕਿੰਗ ਹੋ ਕੇ, ਹਰ ਸਾਲ ਇੱਥੋਂ ਸਪਾਰਕਿੰਗ ਹੁੰਦੀ ਹੈ ਤੇ ਹਰ ਸਾਲ ਹੀ ਫਾਇਰ ਐਕਸੀਡੈਂਟ ਇਹਨਾਂ ਇਲਾਕੇ 'ਚ ਇਹਨਾਂ ਖੇਤਾਂ 'ਚ ਵਾਪਰਦਾ। ਇਸ ਬਾਰੇ ਮੈਨੂੰ ਵੀ ਹੁਣੀ ਜਾਣਕਾਰੀ ਮਿਲੀ ਹੈ ਤੇ ਮੈਂ ਇਹੀ ਕਹਿਣਾ ਵਾਂ ਕਿ ਬਿਜਲੀ ਮਹਿਕਮੇ ਨਾਲ ਇਸ ਬਾਰੇ ਜ਼ਰੂਰ ਗੱਲ ਕੀਤੀ ਜਾਊਗੀ, ਕਿਉਂਕਿ ਇਹ ਗੱਲ ਹਮੇਸ਼ਾ ਹੀ ਜਦੋਂ ਹੁੰਦਾ ਵਾ ਕਣਕ ਪੱਕੀ ਹੁੰਦੀ ਆ, ਵੱਢਣ ਦਾ ਟਾਈਮ ਹੁੰਦਾ ਵਾ, ਤਾਂ ਇਹ ਜਿਹੇ ਘਟਨਾਵਾਂ ਜੋ ਵਾਪਰਦੀਆਂ ਨੇ ਤਾਂ ਬਿਜਲੀ ਮਹਿਕਮੇ ਨੂੰ ਵੀ ਇਹੀ ਚਾਹੀਦਾ ਵਾ ਵੀ ਇਸ ਟਾਈਮ 'ਤੇ ਬੜਾ ਧਿਆਨ ਰੱਖਿਆ ਜਾਵੇ। ਪੰਜਾਬ 'ਚ ਹਨੇਰੀ ਝੱਖੜ ਦੇ ਚਲਦੇ ਕਿਸਾਨਾਂ ਦੀਆਂ ਮੁਸ਼ਕਲਾਂ ਦੇ ਵਿੱਚ ਕਾਫੀ ਵਾਧਾ ਹੋਇਆ। ਜਿੱਥੇ ਖੇਤਾਂ 'ਚ ਖੜੀ ਫਸਲ ਨੂੰ ਨੁਕਸਾਨ ਹੋਇਆ, ਉੱਥੇ ਹੀ ਕਈ ਥਾਵਾਂ ਉੱਪਰ ਅੱਗ ਲੱਗਣ ਦੇ ਨਾਲ ਕਈ ਲੋਕਾਂ ਦਾ ਵੀ ਵੱਡਾ ਨੁਕਸਾਨ ਹੋਇਆ। ਖੰਨਾ ਦੇ ਨੇੜੇ ਪਿੰਡ ਰਸੂਲੜਾ ਦੇ ਕੋਲ ਬਣੇ ਕੂੜੇ ਦੇ ਡੰਪ ਨੂੰ ਅੱਗ ਲੱਗਣ ਦੇ ਨਾਲ ਦਰਜਨਾਂ ਪਿੰਡਾਂ ਦੇ ਲੋਕਾਂ ਨੂੰ ਭਾਜਣਾ ਪੈ ਗਈਆਂ। ਕਿਸਾਨਾਂ ਨੇ ਅੱਗ ਦੇ ਡਰੋਂ ਰਾਤ ਨੂੰ ਹੀ ਟਰੈਕਟਰ ਅਤੇ ਕੰਬਾਈਨਾਂ ਚਲਾ ਕੇ ਆਪਣੀ ਗਿੱਲੀ ਫਸਲ ਹੀ ਵੱਢ ਲਈ। ਉੱਥੇ ਹੀ ਫਾਇਰ ਬ੍ਰਿਗੇਡ ਅਤੇ ਪ੍ਰਸ਼ਾਸਨ ਤੇ ਵੀ ਲਾਪਰਵਾਹੀ ਦੇ ਇਲਜ਼ਾਮ ਲੱਗੇ ਨੇ, ਜਿਸ ਨੂੰ ਲੈ ਕੇ ਲੋਕਾਂ 'ਚ ਤਿੱਖਾ ਰੋਸ਼ ਦੇਖਣ ਨੂੰ ਮਿਲਿਆ। ਅਸੀਂ ਤਾਂ ਹਰ ਵਾਰੀ ਕਹਿੰਦੇ ਜੀ, ਹਰ ਸੀਜ਼ਨ ਕਹਿੰਦੇ ਹਰ ਸੀਜ਼ਨ ਇੱਥੇ ਅੱਗ ਲੱਗਦੀ ਹੈ। ਸਾਡੇ ਹਜ਼ਾਰਾਂ ਏਕੜ ਆਲੇ ਦੁਆਲੇ ਫਸਲ ਖੜੀ ਹੁੰਦੀ ਹੈ। ਸਾਨੂੰ ਇੱਥੇ ਤਾਂ ਬਹੁਤ, ਜੇ ਨਾ ਸਾਡੀ ਅੱਜ ਜ਼ਿੰਮੇਵਾਰੀ ਹੁੰਦੀ ਇੱਥੇ ਮਾੜੀ ਮੋਟੀ ਫਸਲ ਦੀ, ਤਾਂ ਸਾਡੀ ਹਜ਼ਾਰਾਂ ਏਕੜ ਸੜ ਕੇ ਸੁਆਹ ਹੋ ਜਾਂਦੀ ਸਾਡੀ ਫਸਲ। ਤੇ ਨਗਰ ਕੌਂਸਲ ਦੀ ਜਿਹੜੀ ਇਹ ਲਾਪਰਵਾਹੀ ਹੈ ਉਹਦੇ ਖਿਲਾਫ ਹੁਣ ਅੱਗੇ ਕੀ ਕਰੋਗੇ ਤੁਸੀਂ? ਹੁਣ ਅਸੀਂ ਉਹਦੇ ਬਾਰੇ ਧਰਨਾ ਲਾਵਾਂਗੇ ਜੀ। ਇੱਥੇ ਸਾਰਾ ਪਿੰਡ ਇਕੱਠੇ ਹੋ ਕੇ, ਸਾਰੇ 5-4 ਪਿੰਡਾਂ ਦੇ ਆਲੇ ਦੁਆਲੇ ਦੇ ਇਕੱਠੇ ਹੋ ਕੇ, ਜ਼ਿਮੀਂਦਾਰ ਜਿੰਨੇ ਵੀ ਆ। ਕਿੰਨਾ ਕੁ ਕੂੜਾ ਪਿਆ ਹੋਣਾ ਡੰਪ 'ਚ ਜੀ? ਕੂੜਾ ਇੱਥੇ ਤਾਂ ਬਹੁਤ ਪਿਆ ਜੀ, ਇਹ ਤਾਂ ਕਈ ਸਾਲਾਂ ਤੋਂ ਇੱਥੇ ਹੀ ਆ ਰਿਹਾ। ਜਿੰਨਾ ਵੀ ਸ਼ਹਿਰ ਦਾ ਸਾਰਾ ਗੰਦਗੀ ਕੂੜਾ ਸਭ ਇੱਥੇ ਸ਼ਹਿਰ ਦਾ ਆ ਰਿਹਾ। ਕਦੇ ਇੱਥੋਂ ਕੂੜਾ ਛਾਣ ਕੇ ਲੁਧਿਆਣੇ ਡੰਪ ਤੇ ਨਹੀਂ ਲੈ ਕੇ ਆਉਂਦੇ ਮੇਨ? ਨਹੀਂ, ਇੱਥੇ ਕੋਈ ਨਹੀਂ। ਜੋ ਮਸ਼ੀਨ ਖੜੀ ਆ ਉਹਨਾਂ ਦੀ ਹੋ ਗਿਆ ਸਾਲ ਖੜਾ, ਇਹਨੂੰ ਹੋ ਗਿਆ, ਇੱਥੇ ਕੋਈ ਸੁਣਾਈ ਨਹੀਂ ਹੋ ਰਹੀ, ਕੁਝ ਨਹੀਂ ਹੋ ਰਿਹਾ। ਅੱਗੇ ਵੀ ਕਈ ਵਾਰ ਸਮੱਸਿਆ ਇਹੀ ਜ਼ਹਿਰੀਲਾ ਧੂੰਆਂ ਵੀ ਨਿਕਲ ਰਿਹਾ ਵਾ, ਬਿਮਾਰੀਆਂ ਫੈਲਣ ਦਾ ਖਤਰਾ। ਕਦੇ ਕੋਈ ਤੁਹਾਡੇ ਕੋਲ ਆਇਆ ਪੁੱਛਣ ਇਸ ਬਾਰੇ? ਨਹੀਂ ਜੀ, ਸਾਡੇ ਕੋਲ ਕੋਈ ਨਹੀਂ ਆਇਆ ਹੈ। ਅਸੀਂ ਹਜ਼ਾਰਾਂ ਵਾਰ ਕਹਿ ਚੁੱਕੇ ਹਾਂ ਇਸ ਬਾਰੇ। ਤੇ ਹੁਣ ਸਰਕਾਰ ਨਵੀਂ ਬਣੀ ਆ, ਉਹ ਕਹਿੰਦੇ ਅਸੀਂ ਆਮ ਆਦਮੀ ਦੀ ਸਰਕਾਰ ਆ, ਲੋਕਾਂ ਦੀ ਪੁਕਾਰ ਸੁਣਾਂਗੇ। ਤੁਹਾਨੂੰ ਲੱਗਦਾ ਕੋਈ ਹੱਲ ਹੋਊਗਾ? ਨਹੀਂ, ਸਾਡਾ ਹਾਲੇ ਤੱਕ ਤਾਂ ਕੋਈ ਹੱਲ ਨਹੀਂ ਹੋਇਆ ਹੈਗਾ। ਕੀ ਮੰਗ ਕਰਦੇ ਹੋ ਨਵੀਂ? ਅਸੀਂ ਤਾਂ ਇਹੀ ਮੰਗ ਕਰਦੇ ਹਾਂ ਵੀ ਇਹ ਡੰਪ ਹੈ ਜਿਹੜਾ ਇੱਥੋਂ ਚੁਕਾਇਆ ਜਾਵੇ। ਅੱਜ ਜਿਹੜੀ ਅੱਗ ਲੱਗੀ ਆ ਕੀ ਕਾਰਨ ਰਿਹਾ ਇਹਦਾ? ਇਹਦਾ ਕਾਰਨ ਇਹ ਸੀਵਰੇਜ ਦਾ ਜਿਹੜਾ ਸਾਰਾ ਸਮਾਨ ਆਉਂਦਾ ਜੀ ਉਰੇ ਖੰਨੇ ਦਾ ਡੰਪ ਦਾ, ਇੱਥੇ ਕੋਈ ਨਿਗਰਾਨੀ ਰੱਖਦਾ ਹੀ ਆ ਕੇ ਸਾਡੀ ਫਸਲਾਂ ਖਰਾਬ ਹੁੰਦੀ ਆ ਹਰ ਸਾਲ ਜੀ। ਹਰ ਸਾਲ ਉਰੇ ਅੱਗ ਲੱਗਦੀ ਆ, ਤੁਸੀਂ ਆਪ ਦੇਖ ਲਓ ਕਿੰਨੀ ਅਸੀਂ ਖੜੀ ਫਸਲ ਵਾਹੀ ਆ ਸਾਰੀ। ਜਦੋਂ ਅੱਗ ਲੱਗੀ ਕਿਸੇ ਨੂੰ ਇੰਟੀਮੇਟ ਕੀਤਾ ਸੀ? ਅਸੀਂ ਬਹੁਤ ਫੋਨ ਕੀਤਾ ਫਾਇਰ ਬ੍ਰਿਗੇਡ ਨੂੰ, ਕਿਸੇ ਨੇ ਸਾਡਾ ਫੋਨ ਨਹੀਂ ਚੱਕਿਆ ਜੀ। ਤਾਂ ਫਿਰ ਕਿਸ ਤਰ੍ਹਾਂ ਕੰਟਰੋਲ ਕੀਤਾ ਅੱਗ? ਅਸੀਂ ਸਾਰੀ ਆਪਦੀ ਖੜੀ ਫਸਲ ਵਾਹੀ ਆ, ਕੰਬਾਈਨ ਚਲਾਈ ਆ ਵਿੱਚ ਮਾੜੀ ਮੋਟੀ, ਜਿੰਨਾ ਬਾਕੀ ਪਿੰਡ ਦੇ ਸਹਿਯੋਗ ਨੇ ਆ ਕੇ ਬਹੁਤ ਕਾਬੂ ਕਰਿਆ। ਜਿੱਥੇ ਅੱਗ ਲੱਗੀ ਆਲੇ ਦੁਆਲੇ ਕਿੰਨੇ ਪਿੰਡ ਪੈਂਦੇ ਨੇ? ਇੱਥੇ ਘੱਟੋ ਘੱਟ 4 ਪਿੰਡ ਪੈਂਦੇ ਜੀ, 5। ਜੇ ਕੋਈ ਚੰਗਿਆਰੀ ਖੇਤਾਂ 'ਚ ਆ ਜਾਂਦੀ ਤਾਂ ਕਿੰਨਾ ਕੁ ਨੁਕਸਾਨ ਹੋਣਾ ਸੀ? ਬਹੁਤ ਜ਼ਿਆਦਾ ਨੁਕਸਾਨ ਹੋਣਾ ਸੀ ਜੀ। ਤੁਸੀਂ ਉਰੋਂ ਦੇਖ ਲਓ, ਫਸਲ ਕਿਸੇ ਨੇ ਨਹੀਂ ਵੱਢੀ, ਸਿਰੇ ਤੱਕ ਕਣਕ ਖੜੀ ਆ। ਘੱਟੋ ਘੱਟ ਜੀ 500 600 700 ਕਿੱਲਾ ਖਰਾਬ ਹੁੰਦਾ ਜੀ। ਤੇ ਫਾਇਰ ਬ੍ਰਿਗੇਡ ਦੀ ਕੀ ਲਾਪਰਵਾਹੀ ਸਾਹਮਣੇ ਆਈ ਆ? ਲਾਪਰਵਾਹੀ, ਇਹਨਾਂ ਨੇ ਫੋਨ ਨਹੀਂ ਚੱਕੀ ਸਾਡੇ ਕਿਸੇ ਦੇ ਵੀ ਜੀ। ਤੇ ਤੁਸੀਂ ਕਦੇ ਦੱਸਿਆ ਨਗਰ ਕੌਂਸਲ ਨੂੰ ਵੀ? ਅਸੀਂ ਹਰ ਵਾਰ ਉਹਨਾਂ ਨੂੰ ਕਹਿੰਦੇ ਆ, ਪ੍ਰਧਾਨ ਸਾਹਿਬ ਆਉਂਦੇ ਆ, ਹਾਂਜੀ ਐਂ ਕਰ ਦਾਂਗੇ ਜੀ, ਐਂ ਕਰ ਦਾਂਗੇ, ਕੁਝ ਨਹੀਂ ਕਰਦੇ ਜੀ ਉਰੇ ਆ ਕੇ ਉਹ। ਅਸੀਂ ਉਹਨਾਂ ਨੂੰ ਆਪ ਕਿਹਾ ਸੀ ਵੀ ਤੁਹਾਡੀ ਅਪ੍ਰੈਲ ਮਹੀਨੇ ਦੇ ਵਿੱਚ ਆ ਕੇ ਅੱਗ ਲੱਗਣੀ ਆ, ਕਿਉਂਕਿ ਸਾਡੀ ਫਸਲਾਂ ਪੱਕੀਆਂ ਹੁੰਦੀਆਂ ਨੇ। ਪਿਛਲੀ ਵਾਰੀ ਜੀਰੀ ਟਾਈਮ ਵੀ ਅੱਗ ਲੱਗੀ ਆ, ਜਦ ਵੀ ਸਾਰੀ ਸਾਡੇ ਕੋਲ ਫੋਟੋਆਂ ਪਈਆਂ ਜੀ। ਅਸੀਂ ਜਦ ਵੀ ਕਦੇ ਲੀਡਰਾਂ ਨੂੰ ਦੱਸਿਆ ਇਸ ਬਾਰੇ? ਲੀਡਰਾਂ ਨੂੰ ਕਹਿੰਦੇ ਬਸ ਕੋਈ ਨਹੀਂ ਹੋ ਜੂ ਇਦਾਂ ਕਹਿ ਕੇ ਸਾਰ ਦਿੰਦੇ ਸਾਰੇ। ਕਿੰਨਾ ਕੁ ਟਾਈਮ ਹੁਣ ਕੀ ਹਾਲਾਤ ਨੇ ਜੀ ਇਸ ਟਾਈਮ? ਅੱਗ ਲੱਗੀ ਨੂੰ ਤੁਹਾਡੇ ਸਾਹਮਣੇ 2 ਤੋਂ 2.5 ਘੰਟੇ ਹੋ ਗਏ ਜੀ। ਹੁਣ ਇਸ ਟਾਈਮ ਕੀ ਹਾਲਾਤ ਨੇ ਜੀ? ਹਾਲਾਤ ਬਹੁਤ ਮਾੜੇ। ਇੱਕ ਤਾਂ ਕਣਕ ਦਾ ਝਾੜ ਨਹੀਂ ਹੈਗਾ ਇਸ ਵਾਰ, ਇੱਕ ਅਸੀਂ ਫਸਲ ਸਾਰੀ ਖੜੀ ਵਾਹੀ ਆਪਦੀ। ਅੱਗ ਦੇ ਕੀ ਹਾਲਾਤ ਨੇ? ਕੋਈ ਕੰਟਰੋਲ? ਅੱਗ ਦਾ ਕੋਈ ਕੰਟਰੋਲ ਨਹੀਂ, ਤੁਸੀਂ ਦੇਖ ਰਹੇ, ਕੁਝ ਦੇਖ ਨਹੀਂ ਰਿਹਾ ਜੀ, ਕੁਝ ਵੀ ਨਹੀਂ ਦੇਖ ਰਿਹਾ। ਲੁਧਿਆਣਾ ਦੇ ਪੁਰਾਣੇ ਬਾਜ਼ਾਰ ਦੇ ਸੈਦਾ ਚੌਂਕ ਦੇ ਵਿੱਚ ਇੱਕ ਹੌਜ਼ਰੀ ਦੀ ਫੈਕਟਰੀ ਦੇ ਵਿੱਚ ਅਚਾਨਕ ਭਿਆਨਕ ਅੱਗ ਲੱਗ ਗਈ। ਇਹ ਅੱਗ ਫੈਕਟਰੀ ਦੀ ਪਹਿਲੀ ਅਤੇ ਦੂਜੀ ਮੰਜ਼ਲ ਤੇ ਬਣੇ ਉਸ ਹਿੱਸੇ ਦੇ ਵਿੱਚ ਲੱਗੀ ਜਿੱਥੇ ਫੈਕਟਰੀ ਦਾ ਤਿਆਰ ਕੀਤਾ ਹੋਇਆ ਮਾਲ ਰੱਖਿਆ ਹੋਇਆ ਸੀ। ਅੱਗ ਲੱਗਣ ਦੇ ਅਸਲ ਕਾਰਨਾਂ ਦਾ ਤਾਂ ਹਾਲੇ ਪਤਾ ਨਹੀਂ ਚੱਲ ਸਕਿਆ, ਪਰ ਕਿਆਸ ਲਗਾਏ ਜਾ ਰਹੇ ਨੇ ਕਿ ਇਹ ਅੱਗ ਸ਼ਾਰਟ ਸਰਕਟ ਕਰਕੇ ਲੱਗੀ ਸੀ। ਇਹ ਸੈਦਾ ਚੌਂਕ ਲੱਗੀ ਹੈ ਜੀ ਪੁਰਾਣੇ ਬਾਜ਼ਾਰ 'ਚ, ਪੰਜਾਬ ਨੈਸ਼ਨਲ ਬੈਂਕ ਦੇ ਨਾਲ। ਇਹ 11:40 ਤੇ ਸਾਨੂੰ ਫੋਨ ਆਇਆ ਸੀਗਾ ਜੀ। ਅਸੀਂ ਪਹਿਲਾਂ ਸੁੰਦਰ ਨਗਰ ਫਾਇਰ ਸਟੇਸ਼ਨ ਤੋਂ ਗੱਡੀ ਕਢਾਈ ਸੀਗੀ, ਨਾਲ ਹੀ ਹੈੱਡਕੁਆਟਰ ਤੋਂ ਇੱਕ ਗੱਡੀ ਲੈ ਕੇ ਆਏ ਆ, ਡਬਲ ਬੋਜਰ। ਕਿੰਨੀਆਂ ਟੋਟਲ ਗੱਡੀਆਂ? ਟੋਟਲ ਗੱਡੀਆਂ 3 ਆਈਆਂ ਹੋਈਆਂ, ਪਰ ਖਾਲੀ ਹੁੰਦੀਆਂ ਰਹਿ ਰਹੀਆਂ ਤੇ ਭਰ ਕੇ ਆ ਰਹੀਆਂ। ਘੱਟ ਤੋਂ ਘੱਟ 15 ਕੁ ਗੱਡੀਆਂ ਲੱਗ ਗਈਆਂ। ਇਹ ਹੌਜ਼ਰੀ ਦਾ ਹੀ ਸਮਾਨ ਪਿਆ ਜੀ, ਜੈਕਟਾਂ ਹੈਗੀਆਂ ਉੱਪਰ। ਕਿੰਨੀਆਂ ਮੰਜ਼ਿਲਾਂ ਨੂੰ ਅੱਗ ਲੱਗੀ? ਇਹ ਪਹਿਲੀ ਤੇ ਦੂਸਰੀ ਮੰਜ਼ਿਲ ਨੂੰ ਅੱਗ ਆ। ਸ਼ੋਰਟ ਸਰਕਟ ਕਹਿੰਦੇ ਆ, ਹੁਣ ਬਾਕੀ ਪਤਾ ਨਹੀਂ, ਸਾਡੇ ਆਉਂਦਿਆਂ ਨੂੰ ਤਾਂ
ਜਿੱਦਾਂ ਇਹ ਕਹਿੰਦੇ ਆ ਕਿ ਸ਼ਾਰਟ ਸਰਕਟ ਹੋਇਆ ਕਰਕੇ ਜੈਕਟਾਂ ਇੱਕ ਜਗ੍ਹਾ ਤੇ ਹੈਗੀਆਂ 20-25 ਜੈਕਟਾਂ ਬਸ ਨਹੀਂ ਮਸ਼ੀਨਰੀ ਤਾਂ ਹੈ ਨਹੀਂ। ਇੱਕ ਲਾਸਟ ਉੱਪਰ ਜਿਹੜੇ ਤੀਸਰੀ ਮੰਜ਼ਿਲ ਹੈਗੀ ਇੱਕ ਕਮਰਾ ਉਹਦੇ 'ਚ ਹੀਟ ਜ਼ਿਆਦਾ ਉਹਦੇ 'ਚ ਪਤਾ ਨਹੀਂ ਕੀ ਹੈਗਾ ਉਹਦੇ ਦਾ ਪਤਾ ਨਹੀਂ ਲੱਗਿਆ ਇਹਦਾ ਕੀ ਆ ਕੀ ਨਹੀਂ। ਅੱਗ ਕੰਟਰੋਲ ਆ। ਲੁਧਿਆਣਾ ਪਹੁੰਚੇ ਭਾਜਪਾ ਨੇਤਾ ਮਨੋਰੰਜਨ ਕਾਲੀਆ ਨੇ ਕੇਜਰੀਵਾਲ ਦੇ ਵੱਲੋਂ ਅਧਿਕਾਰੀਆਂ ਦੇ ਨਾਲ ਮੀਟਿੰਗ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਸਵਾਲ ਚੁੱਕੇ ਨੇ। ਸਥਾਨਕ ਸਰਕਟ ਹਾਊਸ ਪਹੁੰਚੇ ਬੀਜੇਪੀ ਦੇ ਸੀਨੀਅਰ ਆਗੂ ਮਨੋਰੰਜਨ ਕਾਲੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਤੇ ਨਿਸ਼ਾਨਾ ਵੀ ਸਾਧਿਆ। ਉਹਨਾਂ ਕਿਹਾ ਕਿ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਇਹ ਸਾਰੇ ਪੱਖ ਉਹਨਾਂ ਬਿਆਨ ਕੀਤੇ ਨੇ। ਉਹਨਾਂ ਕਿਹਾ ਕਿ ਦਿੱਲੀ 'ਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਨਾਲ ਅਧਿਕਾਰੀਆਂ ਦੀ ਹੋਈ ਬੈਠਕ ਅਤੇ ਮੁੱਖ ਮੰਤਰੀ ਦਾ ਬਿਆਨ ਸਰਾਸਰ ਨਿੰਦਣਯੋਗ ਹੈ। ਕੱਲ੍ਹ ਕਿ ਦਿੱਲੀ ਦੇ ਵਿੱਚ ਇੱਕ ਬੈਠਕ ਹੋਈ ਸੀਗੀ, ਚਰਚਾ ਦਾ ਵਿਸ਼ਾ ਹੈ ਔਰ ਕੱਲ੍ਹ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੁਣੀ ਜਲੰਧਰ ਗਏ ਸੀ। ਉੱਥੇ ਕਿਹਾ ਕਿ ਟ੍ਰੇਨਿੰਗ ਜਿਹੜੀ ਹੈਗੀ ਹੈ ਟ੍ਰੇਨਿੰਗ ਲਈ ਦਿੱਲੀ ਦੇ ਵਿੱਚ ਮੈਂ ਆਪਣੇ ਆਫਿਸਰਸ ਭੇਜੇ ਸੀ। ਕੋਰਾ ਝੂਠ ਹੈ। ਬੋਲਿਆ ਕਿ ਆਪਣੇ ਕਵਰ ਅਪ ਕਰਨ ਲਈ ਕਿਉਂਕਿ ਉਹ ਅਨਕਨਸਟੀਟਿਊਸ਼ਨਲ ਸੀਗੀ ਮੀਟਿੰਗ। ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਪੰਜਾਬ ਦੇ ਅਫਸਰਾਂ ਨੂੰ ਬੁਲਾ ਕੇ ਕੋਈ ਮੀਟਿੰਗ ਨਹੀਂ ਕਰ ਸਕਦਾ। ਇਸ ਦਾ ਪੱਤਰ ਮੈਂ ਗਵਰਨਰ ਪੰਜਾਬ ਨੂੰ ਵੀ ਲਿਖਿਆ ਸੀਗਾ ਕਿ ਉਹਦਾ ਸੰਗਿਆਨ ਲਿੱਤਾ ਜਾਵੇ। ਉਸ ਗੱਲ ਨੂੰ ਕਵਰ ਕਰਨ ਦੇ ਲਈ ਕੱਲ੍ਹ ਉਹਨਾਂ ਨੇ ਝੂਠ ਬੋਲਿਆ। ਕਿਉਂਕਿ ਜੇ ਗੱਲ ਸੱਚ ਹੈ ਤਾਂ ਮੈਨੂੰ ਦੱਸੋ ਕਿਆ ਜਿਹੜੇ ਸੀਨੀਅਰ ਆਫਿਸਰਸ ਹੈ ਹੁਣ ਪੰਜਾਬ ਦਾ ਚੀਫ ਸੈਕਟਰੀ ਹੈ, ਮੁੱਖ ਸਚਿਵ ਹੈ, ਸੈਕਟਰੀ ਪਾਵਰ ਹੈ, ਚੇਅਰਮੈਨ PSPCL ਜਿਹੜਾ ਹੈ, ਕਿਆ ਉਹਨਾਂ ਨੂੰ ਲੋੜ ਹੈ ਟ੍ਰੇਨਿੰਗ ਦੀ? ਹਾਂ ਸਟੱਡੀ ਟੂਰ ਜਾਣਾ ਮੈਂ ਸਮਝ ਆਉਂਦੀ ਮੈਨੂੰ ਕਿ ਕਿਤੇ ਸਟੱਡੀ ਟੂਰ ਜਾਣਾ ਹੋਵੇ ਜਾ ਸਕਦੇ ਹੈ, ਲੇਕਿਨ ਟ੍ਰੇਨਿੰਗ ਵਰਡ ਕਿ ਟ੍ਰੇਨਿੰਗ ਕਰਨ ਦੀ ਉਹਨਾਂ ਨੂੰ ਜ਼ਰੂਰਤ ਹੈਗੀ। ਜੂਨੀਅਰਸ ਨੂੰ ਟ੍ਰੇਨਿੰਗ ਹੁੰਦੀ ਹੈ। ਫਿਰ ਇੱਕ ਦੂਜੇ ਪ੍ਰਦੇਸ਼ ਦਾ ਮੁੱਖ ਮੰਤਰੀ ਦੂਜੇ ਪ੍ਰਦੇਸ਼ ਨੂੰ ਆਫਿਸਰਸ ਨੂੰ ਟ੍ਰੇਨ ਕਰੇ, ਕਿਆ ਸਰਾਸਰ ਗਲਤ, ਕਿਆ ਜਾਇਜ਼? ਫਿਰ ਤੁਸੀਂ ਇਹ ਦੇਖੋ ਕਿ ਵੀ ਚੇਅਰਮੈਨ PSPCL ਗਿਆ ਮਿਸਟਰ ਸਰਾਨ। ਹੁਣ ਇੱਥੇ ਪਾਵਰ ਜਨਰੇਟ ਹੁੰਦੀ ਹੈ ਪੰਜਾਬ 'ਚ, ਇਹ ਅਫਸਰ ਹੈਗੇ ਆ ਸક્ષਮ ਅਫਸਰ ਹੈ ਜਿਹੜੇ ਇੱਥੇ ਜਨਰੇਟ ਕਰਦੇ ਆ। ਦਿੱਲੀ 'ਤੇ ਜਨਰੇਟ ਕਰਦੇ ਨਹੀਂ ਹੈ ਬਿਜਲੀ ਦਿੱਲੀ 'ਚ ਜਨਰੇਸ਼ਨ ਤਾਂ ਹੁੰਦੀ ਨਹੀਂ ਅਤੇ ਉਹਨਾਂ ਕੋਲ ਕਿਹੜੀ ਟ੍ਰੇਨਿੰਗ ਲੈਣ ਗਏ ਆ? ਸੋ ਆਪਾਂ ਜੇ ਕਹਿੰਦੇ ਕਿ ਟ੍ਰੇਨਿੰਗ ਲੈਣ ਗਏ ਇਹਨਾਂ ਦੀ ਆਪਾਂ ਕੈਪੇਬਿਲਿਟੀ ਕੈਪੈਸਿਟੀ ਦੇ ਉੱਤੇ ਕੁਐਸਚਨ ਮਾਰਕ ਲਗਾ ਰਹੇ ਹਾਂ। ਮੈਂ ਮੰਗ ਕਰਦਾ ਕਿ ਇੱਕ ਪੱਤਰ ਜਿਹੜਾ ਜਵਾਬ ਦੇ ਵਿੱਚ ਸਾਡੇ ਮੁੱਖ ਸਚਿਵ ਨੇ ਲਿਖਿਆ ਸੀਗਾ ਗਵਰਨਰ ਪੰਜਾਬ ਨੂੰ, ਕਿਉਂਕਿ ਗਵਰਨਰ ਪੰਜਾਬ ਪਿਛਲੇ ਦਿਨੀ ਬਾਰਡਰ ਡਿਸਟ੍ਰਿਕਟ ਪੰਜਾਬ ਦੇ ਟੂਰ 'ਤੇ ਸੀਗੇ ਅਤੇ ਉਹਨਾਂ ਨੇ ਕਿਹਾ ਕਿ ਵੀ ਚੀਫ ਸੈਕਟਰੀ ਨੂੰ ਗੱਲ ਕੀਤੀ ਵੀ ਆਓ ਉੱਥੇ ਕੰਪਨੀ ਕਰੋ। ਤਾਂ ਉਹਦੇ ਜਵਾਬ 'ਚ ਲਿਖਿਆ ਸੀਗਾ ਕਿ ਮੈਨੂੰ ਮੀਟਿੰਗ ਹੈਗੀ ਹੈ ਜਿਹੜੀ ਕਿ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਉਹਨਾਂ ਨੇ ਬੁਲਾਈ ਹੈ। ਮੈਂ ਉਹ ਚਾਹੁੰਦਾ ਕਿ ਛਾਇਆ ਕੀਤੀ ਜਾਵੇ ਤਾਂ ਜੋ ਸਾਹਮਣੇ ਪਤਾ ਲੱਗੇ ਕਿ ਕੌਣ ਝੂਠ ਬੋਲ ਰਿਹਾ। ਪੰਜਾਬ ਸਮੇਤ ਹਰਿਆਣਾ ਤੇ ਕਈ ਹੋਰ ਸੂਬਿਆਂ 'ਚ ਕਣਕ ਦੀ ਫਸਲ ਉੱਪਰ ਸਮੇਂ ਤੋਂ ਪਹਿਲਾਂ ਗਰਮੀ ਦੇ ਕਹਿਰ ਕਾਰਨ ਕਿਸਾਨਾਂ ਦੇ ਨਾਲ-ਨਾਲ ਸਰਕਾਰਾਂ ਦੀ ਵੀ ਮੁਸ਼ਕਲ ਵੱਧ ਗਈ ਹੈ। ਜਿੱਥੇ ਇੱਕ ਪਾਸੇ ਮੰਡੀਆਂ 'ਚ ਆ ਰਹੀ ਫਸਲ ਦਾ ਮੌਜੂਦਾ ਦਾਣਾ ਖਰੀਦ 'ਚ ਅੜਿੱਕਾ ਬਣ ਰਿਹਾ, ਉੱਥੇ ਹੁਣ ਕੇਂਦਰ ਸਰਕਾਰ ਨੇ ਇਸ ਦਾ ਹੱਲ ਕਰਨ ਦੇ ਲਈ ਕੇਂਦਰੀ ਟੀਮਾਂ ਪੰਜਾਬ ਭੇਜੀਆਂ ਨੇ। ਕੇਂਦਰ ਦੀ ਇੱਕ ਟੀਮ ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਦਾ ਦੌਰਾ ਕਰਨ ਪਹੁੰਚੀ ਹੈ ਅਤੇ ਖੰਨਾ ਵਿਖੇ ਸੈਂਪਲ ਭਰੇ ਗਏ ਨੇ। ਦੂਜੇ ਪਾਸੇ ਕਿਸਾਨਾਂ ਅਤੇ ਆੜ੍ਹਤੀਆਂ ਨੇ ਕੇਂਦਰੀ ਟੀਮ ਦੇ ਦੌਰੇ ਤੋਂ ਨਾਰਾਜ਼ਗੀ ਪ੍ਰਗਟਾਈ ਹੈ। ਉਹਨਾਂ ਦਾ ਕਹਿਣਾ ਹੈ ਕਿ ਕਿਸਾਨ ਮੰਡੀਆਂ 'ਚ ਰੁਲ ਰਿਹਾ ਤੇ ਕੇਂਦਰ ਸਰਕਾਰ ਹਾਲੇ ਤੱਕ ਫੈਸਲਾ ਨਹੀਂ ਲੈ ਸਕੀ ਹੈ। ਇੱਕ ਸਮੱਸਿਆ ਆ ਰਹੀ ਹੈ ਇਸ ਵਾਰ ਜਿਹੜੀ ਇਹ ਮਾਝੂ ਦਾਣੇ ਦੀ ਹੈ ਜੀ, ਐਤਕੀ ਜੀ ਸਭ ਤੋਂ ਵੱਧ ਆ ਰਹੀ ਹੈ ਜੀ, ਕਿਉਂ ਮੌਸਮ ਦੇ ਕਾਰਨ ਇਹ ਗਰਮੀ ਲਖਤ ਪਾਉਣ ਦੇ ਕਾਰਨ ਮਾਝੂ ਦਾਣਾ ਬਣ ਗਿਆ। ਝਾੜ ਐਤਕੀ 14-15 ਦਾ ਝਾੜ ਆ ਜੀ। ਪਹਿਲਾਂ ਕਿੰਨਾ ਹੁੰਦਾ ਸੀ? ਪਹਿਲਾਂ 20-21 ਇੱਥੇ ਆ। ਤੇ ਭਗਵੰਤ ਮਾਨ ਨੇ ਕਿਹਾ ਸੀ ਇੱਕ ਦਾਣਾ ਖਰੀਦਾਂਗੇ ਤੇ ਸੈਂਟਰ ਗਵਰਨਮੈਂਟ ਦੇ ਉੱਪਰ ਸ਼ਰਤਾਂ ਲਾਈਆਂ ਹੋਈਆਂ ਨੇ, ਕੀ ਮੰਨਦੇ ਹੋ ਕਿਹਦਾ ਕਸੂਰ ਆ? ਇਹ ਸਰਕਾਰਾਂ ਦਾ ਕਸੂਰ ਆ ਜੀ, ਮੋਦੀ ਸਰਕਾਰ ਦਾ ਵੀ ਆ, ਭਗਵੰਤ ਮਾਨ ਵੀ ਨਾਲੇ ਮੰਨੋ। ਜਦ ਉੱਪਰ ਦਾਣੇ ਦਾ ਕਿਹਾ ਵੀ ਆਪਾਂ ਨੇ ਚਕਾਉਣਾ, ਇੱਥੇ ਕੋਈ ਪੁੱਛਦਾ ਨਹੀਂ ਆ ਕੇ। ਕਿਸਾਨ ਫਸਲ ਵੇਚਣ ਨੂੰ ਬੈਠੇ ਨੇ ਤੇ ਉੱਪਰੋਂ ਸੈਂਪਲਿੰਗ ਹੋ ਰਹੀ ਹੈ, ਕੀ ਮੰਨਦੇ ਹੋ ਇਹਨੂੰ? ਇੱਕ ਸਰਕਾਰ ਦਾ ਉਹ ਹੈ ਜੀ, ਸਰਕਾਰ ਦੀ ਨਗਹਿਲੀ ਆ। ਕੀ ਲੱਗਦਾ ਕਿ ਹਲੇ ਟੀਮਾਂ ਦੇ ਦੌਰੇ ਤੋਂ ਬਾਅਦ ਕੋਈ ਹੱਲ ਹੋ ਜਾਊਗਾ? ਮੁਸ਼ਕਲ ਆ ਜੀ। ਦੇਖੋ ਜੀ, ਪਿਛਲੇ 8 ਦਿਨ ਤੋਂ ਫਸਲ ਪੂਰੇ ਜ਼ੋਰਾਂ ਤੇ ਮੰਡੀ ਦੇ ਵਿੱਚ ਆ ਰਹੀ ਹੈ। ਕਿਸਾਨ ਪਿਛਲੇ 8 ਦਿਨ ਤੋਂ ਹੀ ਪਰੇਸ਼ਾਨ ਹੈ। ਜਿਹੜੀਆਂ ਟੀਮਾਂ
ਸੈਂਟਰ FCI ਹੁਣ ਮੰਡੀਆਂ ਦੇ ਵਿੱਚ ਭੇਜ ਰਹੀ ਹੈ। ਜਦੋਂ ਇਹ ਤਾਂ ਪਹਿਲੇ ਦਿਨ ਹੀ ਜੋ ਅਨਾਜ ਆਇਆ ਉਹ ਪ੍ਰੋਪਰ ਇੱਕ ਸੈਂਪਲ ਸੀਗਾ, ਇਸ ਨੂੰ ਉਸੇ ਟਾਈਮ ਸਟੇਟ ਗਵਰਨਮੈਂਟ ਨੂੰ ਸੈਂਟਰ ਗਵਰਨਮੈਂਟ ਨਾਲ ਰਾਬਤਾ ਕਾਇਮ ਕਰਨਾ ਚਾਹੀਦਾ ਸੀ ਵੀ ਇਸ ਵਾਰ ਪੰਜਾਬ ਦੇ ਵਿੱਚ ਜੋ ਫਸਲ ਹੈ ਉਹਦੇ ਵਿੱਚ ਜੂਆਰਸ ਹੈ, ਦਾਣਾ ਮਾਜੂ ਹੈ। ਤੇ ਇਸ ਵਾਰ ਮੌਸਮ ਵਜ੍ਹਾ ਬਣਿਆ ਜਲਦੀ ਗਰਮੀ ਪੈਣ ਕਰਕੇ। ਦੇਖੋ ਕਿਸਾਨ ਤਾਂ ਸਪਰੇਹਾਂ ਦਵਾਈਆਂ ਜਿੰਨੇ ਜੋਗਾ ਹੈਗਾ ਪੂਰਾ ਖਾਦ ਪਾਉਂਦਾ, ਪਾਣੀ ਲਾਉਂਦਾ ਤੇ ਦਿਨ ਰਾਤ ਇਹਨੂੰ ਵਧੀਆ ਤਰੀਕੇ ਨਾਲ ਪਾਲਣੀ ਚਾਹੁੰਦਾ, ਪਰ ਜਿਹੜਾ ਹੁਣ ਵਾਤਾਵਰਨ ਹੈ, ਵੈਦਰ ਹੈ, ਉਹ ਬਿਲਕੁਲ ਇਸ ਵਾਰ ਉਲਟ ਹੋ ਗਿਆ ਫਸਲ ਦੀ ਕਣਕ ਵਾਸਤੇ। ਇਸ ਕਰਕੇ ਦਾਣਾ ਵਿੱਚ ਕਿਤੇ ਮਾਜੂ ਆਇਆ। ਸਟੇਟ ਗਵਰਨਮੈਂਟ ਇਹ ਕਹਿ ਕੇ ਪੱਲਾ ਝਾੜ ਰਹੀ ਹੈ ਵੀ ਜਿੰਨਾ ਚਿਰ ਤੱਕ ਸਾਨੂੰ ਸੈਂਟਰ ਏਜੰਸੀ FCI ਖਰੀਦਣ ਦੇ ਵਾਸਤੇ ਹਦਾਇਤ ਨਹੀਂ ਕਰਦੀ ਅਸੀਂ ਨਹੀਂ ਖਰੀਦ ਸਕਦੇ। ਕੁੱਲ ਮਿਲਾ ਕੇ ਗੱਲ ਇਹ ਹੈ ਜੀ, ਦੇਖੋ ਇਹ ਜਿਹੜੀ ਭਾਜਪਾ ਸਰਕਾਰ ਹੈ, ਇਹ ਮੋਦੀ ਗਵਰਨਮੈਂਟ ਹੈ ਜਿਹੜੀ, ਇਹ ਕਿਤੇ ਨਾ ਕਿਤੇ ਸਾਨੂੰ ਹੁਣ ਇਹ ਫੀਲ ਹੋ ਰਿਹਾ ਵੀ ਇਹ ਵਿਤਕਰਾ ਪੰਜਾਬ ਨਾਲ ਵੀ ਕਿਸਾਨਾਂ ਨਾਲ ਵੀ, ਕਿਉਂਕਿ ਜਿਹੜੀ ਮੰਡੀ ਦੇ ਵਿੱਚ 48 ਘੰਟੇ 72 ਘੰਟੇ ਦੇ ਵਿੱਚ ਪੇਮੈਂਟ ਕਰਨ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ, ਬਟ ਜੇਕਰ ਹੁਣ ਪਰਚੇਜ ਹੀ ਨਹੀਂ ਹੋਊਗੀ ਫਿਰ ਉਹ 48 ਘੰਟੇ 72 ਘੰਟੇ ਦੀ ਜਿਹੜੀ ਪੇਮੈਂਟ ਕਰਨ ਦੀਆਂ ਗੱਲਾਂ ਨੇ ਉਹ ਕਿਤੇ ਰਹਿ ਨਹੀਂ ਜਾਂਦੀਆਂ। ਇਸ ਕਰਕੇ ਸਾਡੀ ਤਾਂ ਅਪੀਲ ਹੈ ਵੀ ਜਿਹੜੀਆਂ ਸੈਂਟਰ ਏਜੰਸੀਆਂ ਅੱਜ ਮੰਡੀ ਦੇ ਵਿੱਚ ਘੁੰਮ ਰਹੀਆਂ ਨੇ ਉਹਨਾਂ ਨੂੰ ਬਹੁਤ ਪਹਿਲਾਂ ਆਉਣਾ ਚਾਹੀਦਾ ਸੀ, ਜਾਂ ਜੇ ਉਹ ਅੱਜ ਵੀ ਆਈਆਂ ਨੇ ਤਾਂ ਇਹਦਾ ਫੌਰੀ ਕੋਈ ਹੱਲ ਲੱਭਣਾ ਚਾਹੀਦਾ, ਕਿਉਂਕਿ ਕਿਸਾਨ ਕੋਲ ਬਹੁਤ ਦਿਨਾਂ ਤੋਂ ਉਹ ਮੰਡੀਆਂ ਦੇ ਵਿੱਚ ਰੁਲ ਰਿਹਾ। ਇਸ ਤੋਂ ਜ਼ਿਆਦਾ ਇਨਫ ਹੈ, ਬਹੁਤ ਔਖਾ ਹੈ, ਨਾ ਤਾਂ ਉਹਦੀ ਕੋਈ ਫਸਲ ਖਰੀਦ ਰਿਹਾ, ਨਾ ਉਹਨੂੰ ਕੋਈ ਪੇਮੈਂਟ ਦਾ ਸਾਧਨ ਹੋ ਰਿਹਾ। ਮੈਨੂੰ ਲੱਗਦਾ ਇਹਦੇ ਨਾਲ ਕਿਸਾਨੀ ਬਿਲਕੁਲ ਹੀ ਤਬਾਹ ਹੋ ਜਾਊਗੀ। ਅਸੀਂ ਟੀਮ ਦੇ ਨਾਲ ਆਏ ਹੈਗੇ ਆ, ਅਸੀਂ ਸਾਨੇਵਾਲ, ਸਮਰਾਲਾ, ਹੁਣ ਖੰਨਾ, ਇਸ ਤੋਂ ਬਾਅਦ ਪਾਇਲ ਜਾ ਰਹੇ ਹੈਗੇ। ਮੈਮ ਜੋ ਮਾਜੂਦਾਨੇ ਦੀ ਪ੍ਰੋਬਲਮ ਆ ਰਹੀ ਹੈ ਉਹਨੇ ਸੈਂਪਲਿੰਗ ਲਈ ਆਏ ਨੇ, ਲੱਗਦਾ ਹੈ ਕੋਈ ਹੱਲ ਕਰਨਗੇ? ਜੀ ਬਿਲਕੁਲ, ਇਸ ਸਰਕਾਰ ਦੇ ਉਪਰਾਲੇ ਹੀ ਹੋ ਰਹੇ ਨੇ, ਸਰਕਾਰ ਨੇ ਬੋਲਿਆ ਹੈ ਤਾਂ ਹੀ ਆਏ ਨੇ। ਸਰਕਾਰ ਨਹੀਂ ਚਾਹੁੰਦੀ ਕਿ ਕਿਸੇ ਵੀ ਕਿਸਾਨ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਔਕੜ ਆਵੇ, ਤਾਂ ਹੀ ਕਰਕੇ ਅੱਜ ਅਸੀਂ ਸਾਰੀ ਟੀਮ ਦੇ ਨਾਲ ਮੰਡੀ ਵਿੱਚ ਆਏ ਹਾਂ। ਤੇ ਮੈਮ ਪਹਿਲਾਂ ਜਿਵੇਂ ਪਰਚੇਜ਼ ਬੰਦ ਕਰ ਦਿੱਤੀ ਗਈ ਸੀ, ਐਲਾਨ ਕੀਤਾ ਗਿਆ ਸੀ ਕੰਪਲੀਟ ਬਾਈਕਾਟ ਦਾ, ਤੇ ਹੁਣ ਨਹੀਂ, ਐਦਾਂ ਦੀ ਕੋਈ ਗੱਲ ਨਹੀਂ ਹੈ ਜੀ। ਕੱਲ ਵੀ ਪਰਚੇਜ਼ ਹੋਈ ਹੈ, ਅੱਜ ਵੀ ਸਾਰੇ ਆੜਤੀ ਸਾਹਿਬਾਨ ਤੇ ਇੰਸਪੈਕਟਰ ਸਾਹਿਬਾਨ ਸਾਰੇ ਕੰਮ ਕਰ ਰਹੇ ਹੈ। ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਏਗੀ। ਬਾਕੀ ਸਾਰੇ ਉਪਰਾਲੇ ਮੰਡੀ 'ਚ ਪੂਰੇ ਨੇ। ਮੈਂ ਆਪਣੇ ਜ਼ਿਲ੍ਹੇ ਵਿੱਚ ਕਿੰਨੀਆਂ ਮੰਡੀਆਂ 'ਚ ਸੈਂਪਲਿੰਗ ਹੋਈ ਹੈ? ਆਪਣੇ 'ਚ ਹਜੇ ਜੀ ਤੁਸੀਂ ਸਾਨੇਵਾਲ ਹੋ ਗਿਆ, ਸਮਰਾਲਾ ਹੋ ਗਿਆ, ਖੰਨਾ ਹੋ ਗਿਆ, ਪਾਇਲ ਹੋ ਗਿਆ, ਤੇ ਉਸ ਤੋਂ ਬਾਅਦ ਹੁਣ ਜਾਣਗੇ ਜਗਰਾਉਂ ਤੇ ਉਸ ਵੈਸਟ ਵਾਲੇ ਸਾਈਡ ਤੇ ਜਾ। ਮੈਂ ਜਿਹੜੀ ਸੈਂਪਲਿੰਗ ਲੈ ਰਹੇ ਨੇ ਕਿਸ ਚੀਜ਼ ਲਈ ਲੈ ਰਹੇ, ਕੀ ਦਿੱਕਤ ਆ ਰਹੀ ਹੈ? ਦੇਖੋ ਜਿਹੜੇ ਇਹਦੇ ਬਾਰੀਕੀ ਦੇ ਤੱਥ ਨੇ ਉਹ ਤੁਹਾਨੂੰ FCI ਵਾਲੇ ਜ਼ਿਆਦਾ ਵਧੀਆ ਦੱਸ ਸਕਦੇ। ਸ਼ਿਵਲ ਦੇ ਕਰਕੇ ਥੋੜਾ ਜਿਹਾ ਕੁਝ ਆ ਰਹੀ ਹੈ, ਬਟ ਮੇਰੇ ਖਿਆਲ 'ਚ ਹੱਲ ਹੋ ਜਾਏਗਾ। ਕੋਈ ਐਦਾਂ ਦੀ ਗੱਲ ਨਹੀਂ ਹੈ ਕਿ ਹੱਲ ਨਹੀਂ ਹੋਏਗਾ, ਹੱਲ ਹੋ ਜਾਏਗਾ। FCI ਦੀ ਹੋਰ ਵੀ ਇੱਕ ਸਾਹਮਣੇ ਆਈ ਸੀ ਕਿ ਮਨਮਾਨੀਆਂ ਕਰਦੇ ਨੇ ਖਰੀਦ ਏਜੰਸੀਆਂ ਸਰਕਾਰੀ ਜਿਹੜੀ ਪੰਜਾਬ ਦੀਆਂ ਨੇ, ਉਹਨਾਂ ਨੂੰ ਬਹੁਤ ਸ਼ਰਤਾਂ ਲਾਉਂਦੇ ਨੇ। ਤੁਸੀਂ ਇਹਨਾਂ ਨਾਲ ਡਿਸਕਸ ਕੀਤਾ ਹੋਵੇ ਜੀ? ਦੇਖੋ, ਜਿਵੇਂ ਮੇਰੇ ਧਿਆਨ 'ਚ ਕੋਈ ਐਜ਼ ਏ ਜ਼ਿਲ੍ਹਾ ਕੰਟਰੋਲਰ ਕੋਈ ਗੱਲ ਆ ਰਹੀ ਹੈਗੀ ਆ, ਉਹਨੂੰ ਨਾਲ ਦੀ ਨਾਲ ਉਹਦਾ ਸੋਲੂਸ਼ਨ ਕੀਤਾ ਜਾ ਰਿਹਾ ਹੈ। ਕੈਬਨਿਟ ਮੰਤਰੀ ਅਤੇ ਹਲਕਾ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਦੇ ਵੱਲੋਂ ਸਰਹੱਦੀ ਖੇਤਰ ਅਜਨਾਲਾ ਦੀ ਪ੍ਰਮੁੱਖ ਅਨਾਜ ਮੰਡੀ ਦੇ ਵਿੱਚ ਕਣਕ ਦੀ ਰਸਮੀ ਤੌਰ ਤੇ ਸ਼ੁਰੂਆਤ ਕਰਵਾਈ ਗਈ। ਉੱਥੇ ਹੀ ਉਹਨਾਂ ਮੰਡੀਆਂ ਅੰਦਰ ਸਰਕਾਰ ਵੱਲੋਂ ਪੁਖਤਾ ਪ੍ਰਬੰਧ ਕਰਨ ਦਾ ਦਾਅਵਾ ਕੀਤਾ। ਇਸ ਮੌਕੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਮੰਡੀਆਂ ਅੰਦਰ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਆਉਣ ਨਹੀਂ ਦਿੱਤੀ ਜਾਵੇਗੀ। ਅੱਜ ਅਸੀਂ ਆਪਣੇ ਅਜਨਾਲਾ ਦਾਣਾ ਮੰਡੀ ਦੇ ਵਿੱਚ ਖੜੇ ਆ। ਇੱਥੇ ਜਿਹੜੀ ਖਰੀਦ ਸ਼ੁਰੂ ਕੀਤੀ ਹੈ, ਇਹ ਤੋਂ ਪਹਿਲਾਂ ਸਵੇਰੇ ਕੁੱਕੜਾਂ ਵਾਲੀ ਮੰਡੀ ਦੇ ਵਿੱਚ ਕਰਕੇ ਆਏ, ਹੁਣ ਰਮਦਾਸ ਚੱਲੇ ਆ। ਸਾਰੀਆਂ ਮੰਡੀਆਂ ਦੇ ਵਿੱਚ ਹੀ ਸਾਰੇ ਪ੍ਰਬੰਧ ਵੀ ਦੇਖ ਰਹੇ ਆ ਤੇ ਖਰੀਦ ਵੀ ਸ਼ੁਰੂ ਕਰ ਰਹੇ ਆ। ਚੰਗੀ ਤੇ ਵਧੀਆ ਗੱਲ ਇਹ ਆ ਕਿ ਸਾਰੇ ਕੁੱਕੜਾਂ ਵਾਲੇ ਵੀ ਇੱਥੇ ਵੀ ਸਾਡੇ ਆੜਤੀ ਭਾਈਚਾਰੇ ਨੇ ਗੁਰੂ ਮਹਾਰਾਜ ਜੀ ਦੇ ਚਰਨ ਪਵਾਏ ਆ, ਸੁਖਨੀ ਸਾਹਿਬ ਦੇ ਪਾਠ ਕੀਤੇ ਆ, ਕੀਰਤਨ ਕਰਾਏ ਆ, ਪਰਮਾਤਮਾ ਦਾ ਨਾਮ ਲੈ ਕੇ ਸ਼ੁਭ ਕੰਮ ਜਿਹੜਾ ਸ਼ੁਰੂ ਕੀਤਾ। ਸਾਡੀ ਅਰਦਾਸ ਹੈ ਪਰਮਾਤਮਾ ਕਿਸਾਨਾਂ ਦਾ, ਆੜਤੀਆਂ ਦਾ, ਲੇਬਰ ਵਾਲਿਆਂ ਦਾ, ਸਭ ਦਾ ਸੀਜ਼ਨ ਜਿਹੜਾ ਚੰਗਾ ਲਾਵੇ, ਸਭ ਦਾ ਸੀਜ਼ਨ ਵਧੀਆ ਢੰਗ ਨਾਲ ਲੰਘ ਜਾਵੇ, ਕਿਸੇ ਕਿਸਮ ਦੀ ਕੋਈ ਆਫਤ ਨਾ ਆਵੇ। ਇਹ ਸਾਡੀ ਅੱਜ ਅਰਦਾਸ ਹੈ। ਦੂਜਾ, ਅਸੀਂ ਸਾਰੇ ਪ੍ਰਬੰਧ ਕੀਤੇ, ਕਿਸੇ ਕਿਸਮ ਦੀ ਆੜਤੀ ਭਾਈਚਾਰੇ ਨੂੰ ਕਿਹਾ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਸਾਨੂੰ ਦੱਸੋ, ਅਸੀਂ ਹਰ ਤਰ੍ਹਾਂ ਜਿਹੜਾ ਸਰਕਾਰ ਦੀ ਪੱਖੋਂ ਹੱਥ ਸਹਿਯੋਗ ਕਰਾਂਗੇ। ਕਿਸੇ ਵੀ ਕਿਸਮ ਦੀ ਕੋਈ ਜਿਹੜੀ ਆ ਉਹ ਤੰਗੀ ਨਹੀਂ ਹੋਣ ਦਿਆਂਗੇ। ਇਸ ਕਰਕੇ ਦੇਖਣ ਨੂੰ ਮਿਲਦਾ ਕਿ ਬਾਰਦਾਨੇ ਦੀ ਕਮੀ ਕਰਕੇ ਜਿਹੜਾ ਆੜਤੀਆਂ ਦੇ ਵਿੱਚ ਆਪਸੀ ਜਿਹੜਾ ਖਿੱਚੋਤਾਣੀ ਪੈਂਦੀ ਆ, ਵੀ ਹੁੰਦੀ ਆ। ਨਹੀਂ, ਐਸਾ ਅਸੀਂ ਪ੍ਰਬੰਧ ਕੀਤੇ, ਨਹੀਂ ਬਾਰਦਾਨੇ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ। ਕੁਝ ਇਹੋ ਜਿਹੇ ਹਾਲਾਤ ਵੀ ਹੋ ਜਾਂਦੇ ਆ ਕਿ ਜਿਹੜੀ ਸੱਤਾ ਧਿਰ ਹੁੰਦੀ ਆ ਉਹਨਾਂ ਦੇ ਆੜਤੀ ਨੂੰ ਬਾਰਦਾਨਾ ਮਿਲ ਜਾਂਦਾ, ਪਰ ਦੂਜੇ ਆੜਤੀ ਰੋਂਦੇ ਰਹਿ ਜਾਂਦੇ ਆ। ਸਰ ਜੀ, ਇਹ ਜਿਹੜੇ ਕੰਮ ਬੋਨੀ ਹੋਣੀ ਜਾਂ ਹਰਪ੍ਰਤਾਪ ਹੋਣੀ ਕਰਦੇ ਤੇ ਮੇਰੇ ਤੋਂ ਨਾ ਆਸ ਕਰੋ। ਸਰਕਾਰਾਂ ਨਾਗਰਿਕਾਂ ਨੂੰ ਮੌਲਿਕ ਸਹੂਲਤਾਂ ਉਪਲਬਧ ਕਰਵਾਉਣ ਦੇ ਵੱਡੇ ਦਾਅਵੇ ਕਰਦੀਆਂ ਨੇ, ਪਰ ਦਾਅਵੇ ਜ਼ਮੀਨੀ ਹਕੀਕਤ ਤੋਂ ਕੋਹਾਂ ਦੂਰ ਨੇ। ਖੰਨਾ ਦੇ ਵਿੱਚ ਕੁਝ ਅਜਿਹਾ ਹੀ ਸਾਹਮਣੇ ਆਇਆ ਹੈ ਜਿਸ ਨੂੰ ਸੁਣ ਕੇ, ਜਿਸ ਬਾਰੇ ਜਾਣ ਕੇ ਤੁਸੀਂ ਹੈਰਾਨ ਹੋ ਜਾਵੋਗੇ।
घर च 3 साल तो लाइट नहीं की दिक्कत आई है, कदों कटेगा मीटर? भाई जो दिक्कत यही है कि जब कनेक्शन कट गया, मीटर कट गया, पैसे नहीं जमा करा पाए, काट देने। मेरे को तो कोई था नहीं था, हम बच्चे के मुंडे के गलती तेरे पर मतलब है, बिल पता ही नहीं लगे, बिल इनके यहाँ गायब करते रहे। जब भी 20,000 17,000 रुपया पता नहीं 20,000 हो गया तो वो कनेक्शन काट गए। कनेक्शन काट गए उसके बाद मीटर ले गए पट के। जी असी मैं बीमार मैं इतने परे रहन, तो किसी ने कहा भी कि भाई मतलब मीटर ना कटाओ और तो किसी नाल पैसे जमा करा दे, किसी तो मीटर नहीं भाई मीटर लगना औखा हो जाना। उन्हें कहा जरूर है मगर ये नहीं माने है जी। वो खाली करा कटा कुटो के यहाँ सब आप अपन दिल्ली चल गए, किराए तो नहीं चले गए। क्यों लाइट क्यों कटी गई थी? लाइट जी पैसे खड़े थे, पैसे नहीं भरा पाया तो मुंडा मर गया, पैसे नहीं भरा पाया, फिर अगले ने काट दिया। फिर क्या करिए जब है ही नहीं कुछ मेरे को। थोड़ू कदे बिजली माफ नहीं हुई? ना मैं गई थी दफ्तर एक बारी जब तुरदी थी, ਉੱਥੇ सारे ने की मिन्नता कर ली जितने बैठे थे गए अंदर बाहर, कहते ना थोड़ा माफ़ नहीं होना, तुसी तिवारी की जाति तुसी पंडित ही असी नहीं माफ़ करना। असी जी मिन्नता करके आ गई। 1000 रुपया जब मेरा खड़ा था वो जमा तो करा देन, उसके बाद ये कुछ हो गया मेरे नाल। ਹੁਣ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਬਣੀ ਆ ਉਹ ਬਹੁਤ ਦਾਅਵੇ ਕਰਦੇ ਨੇ ਕਿ ਗਰੀਬਾਂ ਨੂੰ ਹਰ ਸਹੂਲਤ ਦੇਵਾਂਗੇ, ਕੀ ਉਮੀਦ ਰੱਖਦੇ ਹੋ ਤੁਸੀਂ? ਅਸੀਂ ਤਾਂ ਉਮੀਦ ਇਹੀ ਰੱਖਿਆ ਸੀਗਾ ਜੇ जीत जाना तो मीटर साडा लग जाऊगा, बिजली माफ़ हो जाएगी, बिजली तो माफ़ हो गई, मीटर नहीं लगता। ਹੁਣ ਕੀ ਮੰਗ ਕਰਦੇ ਹੋ ਫਿਰ? ਹੁਣ मैं तो कहनी मेरा मीटर लग जाए चाहिए, और क्या कर सकती हूँ। ਮੇਰਾ ਨਾਮ ਰਾਜਵੀਰ ਕੌਰ ਹੈ। ਤੁਹਾਡੇ ਧਿਆਨ 'ਚ ਕਿੱਦਾਂ ਆਇਆ ਮਸਲਾ ਹੈ? ਕੱਲ ਮੈਨੂੰ ਅੰਕਲ ਜੀ ਮਿਲੇ ਸੀ, ਇਹਨਾਂ ਨੇ ਦੱਸਿਆ ਸੀਗਾ ਵੀ ਇਸ ਤਰ੍ਹਾਂ ਕਰਕੇ 3 ਸਾਲ ਹੋ ਗਏ ਬਿਜਲੀ ਦਾ ਕਨੈਕਸ਼ਨ ਕੱਟਿਆ ਹੋਇਆ, ਨਾ ਹੀ ਤਾਂ ਬਿਜਲੀ ਦਾ ਕਨੈਕਸ਼ਨ ਲਗਾ ਰਹੇ ਨੇ, ਵੀ ਇੰਨੀ ਬਹੁਤ ਦਿੱਕਤ 'ਚ ਰਹਿ ਰਹੇ ਨੇ। ਫਿਰ ਇਹਨਾਂ ਕੱਲ ਸ਼ਾਮੀ ਮੈਂ ਆ ਕੇ ਸਾਰਾ ਦੇਖ ਕੇ ਗਈ ਹਾਂ ਵੀ ਬਹੁਤ ਦਿੱਕਤ ਹੈ ਇਹਨਾਂ ਨੂੰ, ਹਨੇਰੇ ਦੇ ਵਿੱਚ ਕੰਮ ਕਰ ਰਹੇ ਨੇ। ਫਿਰ ਅੱਜ ਮੈਂ ਦੁਬਾਰਾ ਤੁਹਾਡੇ ਨਾਲ ਕੰਟੈਕਟ ਕੀਤਾ ਵੀ ਇਸ ਤਰ੍ਹਾਂ ਕਰਕੇ ਦਿੱਕਤ ਆ ਰਹੀ ਹੈ। ਫਿਰ ਉਸ ਤੋਂ ਬਾਅਦ 'ਚ ਹੁਣ ਤੁਸੀਂ ਆਏ, ਤੁਸੀਂ ਆਪ ਦੇਖ ਹੀ ਲਿੱਤਾ ਵੀ ਕਿੰਨੀ ਮੁਸ਼ਕਿਲ ਨਾਲ ਰਹਿ ਰਹੇ ਨੇ। ਤੇ ਪਰ ਹੁਣ ਆਮ ਆਦਮੀ ਪਾਰਟੀ ਸਰਕਾਰ ਹੈ, ਤੁਸੀਂ ਉਹਨਾਂ ਦੇ ਮਹਿਲਾ ਆਗੂ ਹੋ ਤੇ ਤੁਹਾਡੇ ਵਿਧਾਇਕ ਨੇ, ਤੁਹਾਡੀ ਗੱਲਬਾਤ ਹੋਈ ਉਹਨਾਂ ਨਾਲ ਕੋਈ? ਹਾਂਜੀ ਹੁਣ ਉਹਨਾਂ ਦੀ ਨਜ਼ਰ ਦੇ ਵਿੱਚ ਮਾਮਲਾ ਆ ਗਿਆ। ਕੱਲ੍ਹ ਮੈਂ ਖੁਦ ਜਾ ਕੇ ਪਰਸਨਲੀ ਮਿਲੂੰਗੀ ਤਨਪ੍ਰੀਤ ਸਿੰਘ ਸੋਹਨ ਜੀ ਨੂੰ, ਤਾਂ ਫਿਰ ਉਹਨਾਂ ਦੇ ਸਾਹਮਣੇ ਦੁਬਾਰਾ ਮੁੱਦਾ ਲੈ ਕੇ ਆਉਂਦੇ ਹਾਂ ਵੀ ਇਹਨਾਂ ਦਾ ਜਿੰਨੀ ਜਲਦੀ ਹੋ ਸਕੇ ਹੱਲ ਕਰਵਾਉਂਦੇ। ਲੁਧਿਆਣਾ ਦੇ ਵਿੱਚ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਹੁਣ ਸਾਵਧਾਨ ਹੋ ਜਾਣ, ਕਿਉਂਕਿ ਇੱਕ ਜਾਗਰੂਕਤਾ ਅਭਿਆਨ ਦੇ ਤਹਿਤ ਲੁਧਿਆਣਾ ਟ੍ਰੈਫਿਕ ਪੁਲਿਸ ਨੇ 1 ਅਪ੍ਰੈਲ ਤੋਂ 15 ਅਪ੍ਰੈਲ ਤੱਕ ਚਲਾਨ ਕੱਟਣੇ ਬੰਦ ਕੀਤੇ ਹੋਏ ਸੀ, ਜਿਸ ਦਾ ਕਿ ਅੱਜ ਆਖਰੀ ਦਿਨ ਸੀ। ਟ੍ਰੈਫਿਕ ਜਾਗਰੂਕਤਾ ਅਭਿਆਨ ਦੇ ਤਹਿਤ ਇਸ ਦਿਨ 'ਚ ਪੁਲਿਸ ਦੇ ਵੱਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਤਾਂ ਨਹੀਂ ਕੱਟੇ ਗਏ, ਪਰ ਲੋਕਾਂ ਨੂੰ ਜਾਗਰੂਕ ਜ਼ਰੂਰ ਕੀਤਾ ਗਿਆ। ਟ੍ਰੈਫਿਕ ਪੁਲਿਸ ਨੇ ਅੱਜ ਥਾਂ-ਥਾਂ ਤੇ ਆਟੋ ਚਾਲਕਾਂ, ਬੱਸ ਦੇ ਡਰਾਈਵਰਾਂ ਅਤੇ ਆਮ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਪ੍ਰਤੀ ਜਾਗਰੂਕ ਕੀਤਾ। ਇਸ ਦੇ ਨਾਲ ਹੀ ਟ੍ਰੈਫਿਕ ਪੁਲਿਸ ਨੇ ਆਮ ਲੋਕਾਂ ਨੂੰ ਇਹ ਵੀ ਚੇਤਾਵਨੀ ਦਿੱਤੀ ਹੈ ਕਿ 16 ਅਪ੍ਰੈਲ ਤੋਂ ਲੁਧਿਆਣਾ ਟ੍ਰੈਫਿਕ ਪੁਲਿਸ ਮੁੜ ਤੋਂ ਚਲਾਨਾਂ ਦੀ ਸ਼ੁਰੂਆਤ ਕਰਨ ਜਾ ਰਹੀ ਹੈ ਤੇ ਹੁਣ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਕਿਸੇ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ। ਤਰਲੋਕ ਸਿੰਘ ਜੀ, ਬੱਸ ਚਲਾਉਂਦੇ ਹੋ ਜੀ? ਹਾਂਜੀ। ਡਰਾਈਵਰ ਹੋ ਜੀ? ਹਾਂਜੀ। ਤਾਂ ਟ੍ਰੈਫਿਕ ਪੁਲਿਸ ਵੱਲੋਂ ਜਾਗਰੂਕ ਕੀਤਾ ਜਾ ਰਿਹਾ, ਸਵਾਰੀਆਂ ਨੂੰ ਦੱਸਿਆ ਜਾ ਰਿਹਾ, ਇਸ ਬਾਰੇ ਜਾਣਕਾਰੀ ਦਿੱਤੀ ਹੈ। ਬਹੁਤ ਵਧੀਆ ਜੀ, ਬਹੁਤ ਵਧੀਆ ਕੰਮ ਹੈ। ਜਾਣਕਾਰੀ ਜਿਹੜੀ ਹੈ ਹਾਂ ਜੀ, ਨੌਲੇਜ ਲੈਣੀ ਚਾਹੀਦੀ ਹੈ, ਲੈਣੀ ਚਾਹੀਦੀ ਹੈ ਜੀ। ਕੀ ਮੈਸੇਜ ਦੇਣਾ ਚਾਹੁੰਦੇ ਲੋਕਾਂ ਨੂੰ? ਮੈਸੇਜ ਇਹੀ ਹੈ ਜੀ ਬਸ ਵੀ ਜਿਵੇਂ ਤੁਹਾਨੂੰ ਸਮਝਾਉਂਦੇ ਨੇ ਉਹ ਤਾਂ ਸਮਝਣਾ ਚਾਹੀਦਾ ਹੈਗਾ। ਕੀ ਜਿਹੜੀ ਹੈ ਤੁਸੀਂ ਲੋਕਾਂ ਨੂੰ ਜਾਗਰੂਕ ਕਰ ਰਹੇ ਹੋ, ਇਹ ਸਟਾਰ ਵੰਡੇ ਜਾ ਰਹੇ, ਕੀ ਮੈਸੇਜ ਦਿੱਤਾ ਜਾ ਰਿਹਾ ਲੋਕਾਂ ਨੂੰ? ਹਾਂ, ਜਿਹੜੀ ਤੁਸੀਂ ਜਾਗਰੂਕ ਦੀ ਗੱਲ ਕਰਦੇ ਹੋ, ਇਹ ਮਾਨਯੋਗ ADGP ਸਾਹਿਬ ਟ੍ਰੈਫਿਕ ਰਾਏ ਸਾਹਿਬ ਦੀਆਂ ਹਦਾਇਤਾਂ ਮੁਤਾਬਕ 1 ਅਪ੍ਰੈਲ ਤੋਂ 15 ਅਪ੍ਰੈਲ ਤੱਕ ਅਸੀਂ ਇਹ ਜਾਗਰੂਕਤਾ ਫੈਲਾਈ ਜਾ ਰਹੀ ਹੈ। ਹਰ ਸਕੂਲ ਦੇ ਵਿੱਚ, ਹਰ ਬੱਸ ਸਟੈਂਡ ਤੇ, ਹਰ ਜਿੱਥੇ ਵੀ ਕਿਤੇ ਸਾਨੂੰ ਭੀੜ ਭੜੱਕੇ ਵਾਲੀ ਜਗ੍ਹਾ ਦਿਸਦੀ ਹੈ, ਜਿਵੇਂ ਕਿਤੇ ਆਟੋ ਖੜ੍ਹਦੇ ਆ ਸਟੈਂਡਾਂ ਦੇ ਉੱਤੇ, ਇਹਨਾਂ ਨੂੰ ਟ੍ਰੈਫਿਕ ਅਵੇਅਰਨੈਸ ਸੰਬੰਧੀ ਅਸੀਂ ਜਾਗਰੂਕ ਕੀਤਾ। ਅੱਜ ਜਿਵੇਂ ਤੁਸੀਂ ਦੇਖਿਆ ਸੀ ਬੱਸਾਂ ਦੇ ਵਿੱਚ ਵੀ ਪੈਂਫਲੇਟ ਵੰਡੇ ਆ ਕਿ ਬੱਸਾਂ ਵਾਲਿਆਂ ਦੇ ਸਵਾਰੀਆਂ ਜਿਹੜੀਆਂ ਵਿੱਚ ਬੈਠੀਆਂ ਜਾਂ ਬੱਸ ਡਰਾਈਵਰ ਨੇ, ਉਹਨਾਂ ਨੂੰ ਵੀ ਟ੍ਰੈਫਿਕ ਬਾਰੇ ਜਾਗਰੂਕ ਕੀਤਾ ਗਿਆ। ਸਰ ਕੀ ਜਾਗਰੂਕ ਕੀਤਾ ਗਿਆ, ਕੀ ਦੱਸਿਆ ਗਿਆ ਉਹਨਾਂ ਨੂੰ, ਕੀ ਮੈਸੇਜ ਦਿੱਤਾ ਲੋਕਾਂ ਨੂੰ? ਮੈਸੇਜ ਇਹੀ ਦਿੱਤਾ ਕਿ ਜਿਹੜੇ ਟ੍ਰੈਫਿਕ ਰੂਲ ਨੇ ਇਹਨਾਂ ਦੀ ਪਾਲਣਾ ਕਰੋ। 5 ਮੇਨ ਅਫੈਂਸ ਚੁਣੇ ਸੀ ਉਹਨਾਂ ਨੇ, ਜਿਹੜੇ ਐਕਸੀਡੈਂਟ ਦਾ ਸਭ ਤੋਂ ਵੱਡਾ ਕਾਰਨ, ਜਿਹਦਾ ਐਕਸੀਡੈਂਟ ਦੇ ਵਿੱਚ ਮੌਤਾਂ ਹੋਣ ਦੇ ਵੱਡੇ ਕਾਰਨ ਨੇ, ਉਹਦੇ ਵਿੱਚ ਪਹਿਲੇ ਨੰਬਰ ਤੇ ਆ ਜਾਂਦਾ ਓਵਰ ਸਪੀਡਿੰਗ, ਜ਼ਿਆਦਾ ਰਫ਼ਤਾਰ। ਕਿਉਂਕਿ ਜਿਹੜਾ ਓਵਰ ਸਪੀਡਿੰਗ ਆ ਸਿਰਫ ਇੰਡੀਆ 'ਚ ਨਹੀਂ ਪੂਰੇ ਵਰਲਡ ਦੇ ਵਿੱਚ ਐਕਸੀਡੈਂਟ ਦਾ ਸਭ ਤੋਂ ਵੱਡਾ ਕਾਰਨ ਹੈ। ਦੂਸਰੇ ਨੰਬਰ ਤੇ ਹੈਗਾ ਕਿ ਜਦੋਂ ਆਪਾਂ 2 ਪਹੀਆ ਵਾਹਨ ਚਲਾਉਂਦੇ ਆ
ਉਹਦੇ ਵਿੱਚ ਜਦੋਂ ਅਸੀਂ ਹੈਲਮਟ ਨਹੀਂ ਪਾਉਂਦੇ ਤਾਂ ਐਕਸੀਡੈਂਟਲ ਡੈਥ ਹੋਣ ਦੇ ਬਹੁਤ ਚਾਂਸ ਹੁੰਦੇ, ਕਿਉਂਕਿ ਐਕਸੀਡੈਂਟ ਨੂੰ ਰੋਕਣਾ ਕਿਤੇ ਨਾ ਕਿਤੇ ਇੰਨਾ ਜ਼ਿਆਦਾ ਸੰਭਵ ਨਹੀਂ ਹੁੰਦਾ, ਪਰ ਜੇ ਐਕਸੀਡੈਂਟ ਹੋ ਵੀ ਜਾਵੇ ਅਸੀਂ ਹੈਲਮਟ ਪਾਇਆ ਹੋਵੇ ਤਾਂ ਉਹਦੇ ਵਿੱਚ ਸਾਡੇ ਬਚਣ ਦੇ ਚਾਂਸ ਜਿਹੜੇ ਉਹ ਬਣ ਜਾਂਦੇ ਆ। ਉਸ ਤੋਂ ਬਾਅਦ ਹੈਲਮਟ ਬਾਰੇ ਅਸੀਂ ਵਿਸਥਾਰਪੂਰਵਕ ਦੱਸਿਆ ਕਿ ਜਿਹੜਾ ਹੈਲਮਟ ISI ਮਾਰਕ ਪਾਓ, ਵਧੀਆ ਕੁਆਲਿਟੀ ਦਾ ਪਾਓ, ਤੇ ਨਾਲ ਦੀ ਨਾਲ ਜਿਹੜਾ ਹੈਗਾ ਉਹਦੀ ਸਟ੍ਰਾਈਪ ਹੁੰਦੀ ਹੈ ਨੀਚੇ ਬੰਦ ਕਰਨ ਵਾਲੀ, ਉਹਨੂੰ ਬੰਦ ਵੀ ਕਰਨਾ ਜ਼ਰੂਰੀ ਹੈ ਤੇ ਉਹ ਟਾਈਟ ਹੋਣੀ ਚਾਹੀਦੀ ਹੈ। ਰਾਏਕੋਟ 'ਚ ਤੇਜ਼ ਹਨੇਰੀ ਕਾਰਨ ਕਣਕ ਦੀ ਫਸਲ ਨੂੰ ਲੱਗੀ ਅੱਗ ਲੱਗਣ ਦੇ ਨਾਲ ਸੈਂਕੜੇ ਏਕੜ ਕਣਕ ਹੋਈ ਸੁਆਹ। ਕਰੜੀ ਮੁਸ਼ੱਕਤ ਦੇ ਨਾਲ ਪਾਇਆ ਕਿ ਅੱਗ ਤੇ ਕਾਬੂ। ਪਿੰਡ ਹੇਰਾ 'ਚ 300 ਏਕੜ ਤੇ ਛਾਜਾਵਾਲ 'ਚ 20 ਏਕੜ ਕਣਕ ਦੀ ਫਸਲ ਹੋਈ ਸੁਆਹ। ਖੰਨਾ ਦੇ ਪਿੰਡ ਰਸੂਲੜਾ ਕੋਲ ਬਣੇ ਕੂੜੇ ਦੇ ਡੰਪ ਨੂੰ ਲੱਗੀ ਭਿਆਨਕ ਅੱਗ ਦੇ ਡਰੋਂ ਕਿਸਾਨਾਂ ਨੇ ਵੱਢੀ ਆਪਣੀ ਗਿੱਲੀ ਫਸਲ। ਕਿਸਾਨਾਂ ਨੇ ਪ੍ਰਸ਼ਾਸਨ ਤੇ ਲਗਾਏ ਲਾਪਰਵਾਹੀ ਦੇ ਇਲਜ਼ਾਮ। ਕੇਂਦਰੀ ਟੀਮ ਨੇ ਕੀਤਾ ਖੰਨਾ ਦੀ ਦਾਣਾ ਮੰਡੀ ਦਾ ਦੌਰਾ। ਦਾਣਾ ਮੰਡੀ ਵਿੱਚੋਂ ਭਰੇ ਸੈਂਪਲ ਆੜ੍ਹਤੀਆਂ ਨੇ ਜਤਾਈ ਨਾਰਾਜ਼ਗੀ। ਖੰਨਾ 'ਚ ਰਾਤ ਦੇ ਹਨੇਰੇ 'ਚ ਸੌਣ ਨੂੰ ਮਜਬੂਰ ਹੈ ਬਿਰਧ ਜੋੜਾ। 3 ਸਾਲਾਂ ਤੋਂ ਬਿਨਾਂ ਬਿਜਲੀ ਦੇ ਕੱਟ ਰਿਹਾ ਰਾਤਾਂ। ਬਕਾਇਆ ਮਾਫ ਪਰ ਕਨੈਕਸ਼ਨ ਨਹੀਂ ਕੀਤਾ ਗਿਆ ਚਾਲੂ। ਟ੍ਰੈਫਿਕ ਪੁਲਿਸ ਨੇ ਲੋਕਾਂ ਨੂੰ ਸੜਕੀ ਨਿਯਮਾਂ ਪ੍ਰਤੀ ਕੀਤਾ ਜਾਗਰੂਕ। ਨੇਮ ਤੋੜਨ ਵਾਲਿਆਂ ਦੇ 16 ਅਪ੍ਰੈਲ ਤੋਂ ਕੱਟੇ ਜਾਣਗੇ ਚਲਾਨ। 1 ਤੋਂ 15 ਅਪ੍ਰੈਲ ਤੱਕ ਚਲਾਨ ਕੱਟਣੇ ਕੀਤੇ ਗਏ ਸੀ ਬੰਦ। ਤੇ ਫਿਲਹਾਲ ਲੁਧਿਆਣਾ ਖਬਰਨਾਮਾ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ਾ ਖਬਰਾਂ ਦੇ ਲਈ ਲਗਾਤਾਰ ਬਣੇ ਰਹੋ ਲੁਧਿਆਣਾ ਖਬਰਨਾਮਾ ਦੇ ਨਾਲ।